ਫਤਿਹ ਰਿਕਾਰਡਸ ਤੇ ਕਾਕਾ ਪੁਰੈਨ ਦਾ ਧਾਰਮਿਕ ਉਪਰਾਲਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਸੱਜਣਾ, ਤੇਰੇ ਅੰਦਰ ਹੰਕਾਰ ਦੀ ਜਿਹੜੀ ਸੀਮਾ ਹੈ ਉਹ ਪ੍ਰਬਲ ਹੋ ਕਰਕੇ ਬੈਠੀ ਹੋਈ ਹੈ। ਕਿਉਂਕਿ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਖੋਲ੍ਹ ਕਰਕੇ ਇੱਕ ਗੱਲ ਕਿੰਨਾ ਲਿਖੀ ਹੋਈ ਹੈ ਕਿ ਮਨੁੱਖ ਦੇ ਅੰਦਰ ਹੰਕਾਰ ਇਹ ਅੱਜ ਦਾ ਨਹੀਂ। ਕਿਉਂਕਿ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਗੱਲ ਬੜੇ ਪਿਆਰ ਦੇ ਨਾਲ ਬਾਣੀ ਵਿੱਚ ਖੋਲ੍ਹ ਕਰਕੇ ਆਖੀ ਹੈ। ਕਹਿਣ ਲੱਗੇ, ਜਿਨ ਰਚ ਰਚਿਆ ਪੁਰਖ ਵਿਧਾਤੈ ਨਾਲੇ ਹਉਮੈ ਪਾਈ। ਇਹ ਜੋ ਹਉਮੈ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਦੋਂ ਹੀ ਸਾਡੇ ਅੰਦਰ ਕਿਨਾ ਪਾ ਦਿੱਤੀ ਸੀ ਜਦੋਂ ਸਾਡਾ ਇਸ ਸੰਸਾਰ ਦੇ ਉੱਤੇ ਆਗਾਜ਼ ਕਿਨਾ ਹੋਇਆ ਸੀ। ਮਹਾਰਾਜ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਬੜੇ ਪਿਆਰ ਦੇ ਨਾਲ ਕਿਨਾ ਆਖੀ ਹੈ। ਉਹ ਇਹ ਮਹਾਰਾਜ ਕਹਿਣ ਲੱਗੇ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਜਿਹੜਾ ਹਉਮੈ ਰੂਪੀ ਰੋਗ ਆ ਨਾ, ਇਹ ਆਪ ਤੇਰੇ ਅੰਦਰ ਕਿਨਾ ਪਾਇਆ ਹੋਇਆ ਹੈ। ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਖੋਲ੍ਹ ਕਰਕੇ ਸਾਡੇ ਅੱਗੇ ਰੱਖੇ ਹਨ। ਅਤੇ ਇਹ ਬਚਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਲਿਖੇ ਹੋਏ ਨੇ। ਔਰ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸੱਚੇ ਪਾਤਸ਼ਾਹ ਜੀ ਆਖਦੇ ਹਨ, ਹਉਮੈ ਰੋਗ ਮਨ ਕਉ ਦੀਨਾ। ਇਹ ਜਿਹੜਾ ਹੰਕਾਰ ਕਿਨਾ ਰੂਪੀ ਰੋਗ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਇਸ ਸੰਸਾਰ ਵਿੱਚ ਰਹਿਣ ਵਾਲੇ ਜੀਵ ਦੀ ਝੋਲੀ ਦੇ ਵਿੱਚ ਕਿਨਾ ਪਾਇਆ ਹੈ। ਪਰ ਸਾਧ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਕਿਨਾ ਪੜ੍ਹਦੇ ਹਾਂ ਔਰ ਬਾਣੀ ਪੜ੍ਹਨ ਵਾਲੇ ਸੱਜਣ ਨੂੰ ਤਾਂ ਇਹ ਸੂਝ ਹੁੰਦੀ ਹੈ ਕਿ ਇਹ ਜਿਹੜਾ ਹੰਕਾਰ, ਜਿਹੜਾ ਅਹੰ ਕਿਨਾ ਮਹਾਰਾਜ ਨੇ ਮੇਰੇ ਅੰਦਰ ਕਿਨਾ ਪਾਇਆ ਹੋਇਆ ਹੈ, ਇਹਦਾ ਖਾਤਮਾ ਗੁਰੂ ਦੇ ਸ਼ਬਦ ਤੋਂ ਬਿਨਾਂ ਹੋ ਨਹੀਂ ਸਕਦਾ। ਜਿਹੜੇ ਤਾਂ ਗੁਰਮੁਖ ਪਿਆਰੇ ਹੁੰਦੇ ਨੇ, ਜਿਹੜੇ ਨਾਮ ਅਭਿਆਸੀ ਸੱਜਣ ਹੁੰਦੇ ਨੇ, ਉਹ ਹਉਮੈ ਦੀ ਮੈਲ ਨੂੰ ਲਾਹੁਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਮਰਪਣ ਕਿਨਾ ਹੋ ਜਾਂਦੇ ਹਨ। ਜਦੋਂ ਕਿਨਾ ਉਹ ਰੱਬ ਦੇ ਪਿਆਰੇ ਹੰਕਾਰ ਦੀ ਮੈਲ ਨੂੰ ਲਹਾਉਣ ਵਾਸਤੇ ਆਪਣਾ ਮਸਤਕ ਗੁਰੂ ਦੇ ਚਰਨਾਂ ਵਿੱਚ ਲਾ ਦਿੰਦੇ ਹਨ, ਮਹਾਰਾਜ ਐਸੀ ਬਖਸ਼ਿਸ਼ ਕਿਨਾ ਕਰਦਾ ਹੈ ਕਿ ਉਹਨਾਂ ਦੇ ਅੰਦਰੋਂ ਫਿਰ ਹੰਕਾਰ ਔਰ ਹਉਮੈ ਦੀ ਮੈਲ ਨੂੰ ਲਾ ਕੇ ਰੱਖ ਦਿੰਦਾ ਹੈ। ਸਤ ਸੰਗਤ ਜੀ, ਜਿਹੜੇ ਸੱਜਣ ਗੁਰੂ ਨੂੰ ਸਮਰਪਣ ਨਹੀਂ ਹੁੰਦੇ, ਉਹਨਾਂ ਦੀ ਜਿਹੜੀ ਮੈਲ ਅੰਦਰਲੀ ਹੈ ਹੰਕਾਰ ਦੀ ਮੈਲ, ਇਹ ਵੱਧਦੀ ਹੈ ਅਤੇ ਵੱਧਦੀ ਇਸ ਸਿਖਰ ਤੱਕ ਕਿਨਾ ਚਲੀ ਜਾਂਦੀ ਹੈ ਕਿ ਮਨੁੱਖ ਜਿਹੜਾ ਹੈ ਇਹ ਮੈਂ ਅਤੇ ਮੇਰੀ ਦੇ ਉੱਤੇ ਉੱਤਰ ਕਿਨਾ ਆਉਂਦਾ ਹੈ। ਕਿਉਂਕਿ ਹਉਮੈ ਦੇ ਜਦੋਂ ਅਸੀਂ ਅਰਥ ਕੋਸ਼ਾਂ ਦੇ ਵਿੱਚ ਕਿਨਾ ਵੇਖਦੇ ਹਾਂ ਤਾਂ ਹਉ ਤੋਂ ਭਾਵ ਹੈ ਮੈਂ। ਜਿਹੜੀ ਹਉਮੈ ਦੇ ਨਾਲ ਮੈਂ ਲੱਗੀ ਹੋਈ ਉਹਦਾ ਅਰਥ ਹੈ ਮੇਰੀ। ਇਹਦਾ ਅਰਥ ਹੋਇਆ ਮੈਂ ਅਤੇ ਮੇਰੀ। ਜਿਹੜਾ ਸੱਜਣ ਮੈਂ ਅਤੇ ਮੇਰੀ ਉੱਤੇ ਉੱਤਰ ਕਿਨਾ ਜਾਂਦਾ ਹੈ, ਸਤ ਸੰਗਤ ਜੀ, ਉਹਦੇ ਅੰਦਰ ਫਿਰ ਜਿਹੜੀ ਹੰਕਾਰ ਦੀ ਮੈਲ ਹੈ ਉਹ ਠਾਠਾਂ ਕਿਨਾ ਮਾਰਦੀ ਹੈ। ਜਿਹੜਾ ਸੱਜਣ ਗੁਰੂ ਨੂੰ ਸਮਰਪਣ ਕਿਨਾ ਹੋ ਜਾਂਦਾ ਹੈ, ਉਹਦੇ ਅੰਦਰੋਂ ਮੈਲ ਹੰਕਾਰ ਰੂਪੀ ਇਹਦਾ ਖਾਤਮਾ ਕਿਨਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਿਨਾ ਪੜ੍ਹਦੇ ਹਾਂ, ਜਿਹੜੇ ਸੱਜਣ ਹੰਕਾਰ ਦੀ ਮੈਲ ਨੂੰ ਲਾਹੁਣ ਵਾਸਤੇ ਗੁਰੂ ਦਾ ਪੱਲਾ ਫੜ ਕਿਨਾ ਲੈਂਦੇ ਹਨ, ਉਹ ਫਿਰ ਸਾਧ ਸੰਗਤ ਜੀ ਇਸ ਸੰਸਾਰ ਵਿੱਚ ਵਿਚਰਦਿਆਂ ਹੰਕਾਰ ਔਰ ਹਉਮੈ ਦੀ ਜਿਹੜੀ ਲੱਗੀ ਹੋਈ ਆਪਣੇ ਅੰਦਰ ਮੈਲ ਹੈ
ਉਹਨੂੰ ਉਤਾਰ ਕੇ ਨਾ ਕਰਕੇ ਗੁਰੂ ਘਰ ਅੰਦਰ ਔਰ ਗੁਰੂ ਦੇ ਚਰਨ ਸ਼ਰਨ ਵਿੱਚ ਪ੍ਰਵਾਨ ਹੋ ਜਾਂਦੇ ਨੇ। ਜਿਹੜੇ ਸੱਜਣ ਆਪਣੇ ਮਨ ਦੇ ਪਿੱਛੇ ਕਿਨਾ ਤੁਰਦੇ ਹਨ, ਉਹਨਾਂ ਅੰਦਰ ਇਹ ਮੈਲ ਦਾ ਵਾਧਾ ਕਿਨਾ ਇਸ ਕਦਰ ਹੁੰਦਾ ਉਹ ਭਟਕਣਾ ਦੇ ਵਿੱਚ ਪੈ ਕਿਨਾ ਜਾਂਦੇ ਹਨ। ਜਦੋਂ ਅਸੀਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਿਨਾ ਪੜ੍ਹਦੇ ਹਾਂ, ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਆਖਿਆ, ਕਹਿਣ ਲੱਗੇ ਜਿਹੜੇ ਸੰਸਾਰ ਵਿੱਚ ਰਹਿਣ ਵਾਲੇ ਜੀਵ ਹਨ, ਇਹਨਾਂ ਦੇ ਅੰਦਰ ਹੰਕਾਰ ਦੀ ਮੈਲ ਸਿਖਰ ਤੱਕ ਹੈ। ਔਰ ਇਹ ਬਚਨ ਮਹਾਰਾਜ ਨੇ ਬਾਣੀ ਦੇ ਵਿੱਚ ਬੜੇ ਪਿਆਰ ਦੇ ਨਾਲ ਕਿਨਾ ਆਖੇ ਹਨ। ਸੱਚੇ ਪਾਤਸ਼ਾਹ ਜੀ ਆਖਦੇ ਹਨ, ਜਿਸ ਕੈ ਅੰਤਰ ਰਾਜ ਅਭਿਮਾਨ। ਅਭਿਮਾਨ ਤੋਂ ਭਾਵ ਕੀ ਹੈ? ਅਭਿਮਾਨ ਤੋਂ ਭਾਵ ਹੈ ਹੰਕਾਰ। ਜਿਹੜੇ ਸੱਜਣਾ ਦੇ ਅੰਦਰ ਕਿਨਾ ਹੰਕਾਰ ਸਿਖਰ ਤੱਕ ਕਿਨਾ ਆ ਜਾਂਦਾ ਹੈ, ਕਿਉਂਕਿ ਹੰਕਾਰ ਦਾ ਕੋਈ ਇੱਕ ਰੂਪ ਨਹੀਂ। ਕੋਈ ਸੱਜਣ ਹੈ, ਕਿਸੇ ਨੂੰ ਆਪਣੇ ਰਾਜ ਦਾ ਹੰਕਾਰ ਹੈ, ਕਿਸੇ ਨੂੰ ਆਪਣੇ ਸੋਹਣੇ ਹੋਣ ਦਾ ਹੰਕਾਰ ਹੈ, ਕਿਸੇ ਨੂੰ ਆਪਣੀ ਭੂਮੀ ਦਾ ਹੰਕਾਰ ਹੈ, ਅਤੇ ਕਈ ਸੱਜਣ ਐਸੇ ਨੇ ਜਿਨ੍ਹਾਂ ਨੂੰ ਆਪਣੇ ਧਨ ਦਾ ਹੰਕਾਰ ਕਿਨਾ ਹੋਇਆ ਬੈਠਾ ਹੈ। ਪਰ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ, ਭਾਈ ਜਿਹੜੇ ਸੱਜਣ ਸੰਸਾਰ ਤੱਕ ਸੀਮਤ ਰਹਿ ਜਾਂਦੇ ਹਨ, ਉਹਨਾਂ ਦੇ ਅੰਦਰ ਇਹ ਹੰਕਾਰ ਦੀ ਮੈਲ ਕਿੰਨਾ ਵੱਧਦੀ ਰਹਿੰਦੀ ਹੈ। ਔਰ ਇਹਦਾ ਖੁਲਾਸਾ ਮਹਾਰਾਜ ਨੇ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿੰਨਾ ਕਰਕੇ ਸਾਡੇ ਅੱਗੇ ਕਿੰਨਾ ਰੱਖਿਆ ਹੈ। ਔਰ ਆਖਣਾ ਕੀਤਾ, ਜਿਸ ਕੈ ਅੰਤਰ ਰਾਜ ਅਭਿਮਾਨ। ਹੁਣ ਤੁਸੀਂ ਅੱਜ ਦਾ ਸਮਾਂ ਕਿੰਨਾ ਵੇਖਿਆ ਹੋਏਗਾ, ਕਈ ਸੱਜਣ ਰਾਜ ਦੀ ਪ੍ਰਾਪਤੀ ਤੋਂ ਪਹਿਲਾਂ ਬੜੇ ਝੂਠੇ ਕਿੰਨਾ ਦਾਅਵੇ ਕਿੰਨਾ ਕਰਦੇ ਹਨ, ਔਰ ਜਦੋਂ ਰਾਜ ਦੀ ਪ੍ਰਾਪਤੀ ਕਿੰਨਾ ਹੋ ਜਾਂਦੀ ਹੈ, ਫਿਰ ਆਪਣਾ ਅਸਲੀ ਜਿਹੜਾ ਰੰਗ ਹੈ ਉਹ ਪਰਜਾ ਦੇ ਅੱਗੇ ਰੱਖਦੇ ਹੋਏ ਪਰਜਾ ਨੂੰ ਦੁਖੀ ਕਿੰਨਾ ਕਰਦੇ ਹਨ। ਮਹਾਰਾਜ ਨੇ ਇਸੇ ਕਰਕੇ ਤਾਂ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਖੀ ਹੈ। ਕਹਿਣ ਲੱਗੇ ਨੇ, ਭਾਈ ਜਿਹੜੇ ਸੱਜਣ ਨੂੰ ਰਾਜ ਦਾ ਹੰਕਾਰ ਕਿੰਨਾ ਹੋ ਜੇ, ਉਹਦੀ ਹਾਲਤ ਕਹਿੰਦੇ ਇੱਕ ਨਰਕ ਦੇ ਕੁੱਤੇ ਦੇ ਬਰਾਬਰ ਕਿੰਨਾ ਹੋ ਜਾਂਦੀ ਹੈ। ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਮਹਾਰਾਜ ਨੇ ਖੋਲ੍ਹ ਕਰਕੇ ਬੜੇ ਪਿਆਰ ਨਾਲ ਸਾਡੇ ਅੱਗੇ ਰੱਖਿਆ ਹੈ। ਆਖਣਾ ਕੀਤਾ, ਜਿਸ ਕੈ ਅੰਤਰ ਰਾਜ ਅਭਿਮਾਨ। ਕਿਉਂਕਿ ਰਾਜ ਤਾਂ ਸੀ, ਪਰ ਰਾਜ ਦਾ ਅਭਿਮਾਨ ਕਿੰਨਾ ਕਰ ਲਿਆ, ਰਾਜ ਦਾ ਹੰਕਾਰ ਕਿੰਨਾ ਕਰ ਲਿਆ, ਰਾਜ ਨੂੰ ਪ੍ਰਾਪਤ ਕਿੰਨਾ ਕਰਕੇ ਆਪਣੇ ਮਾਣ ਅਤੇ ਸਨਮਾਨ ਦੇ ਵਿੱਚ ਕਿੰਨਾ ਪੈ ਗਏ। ਜਿਹੜਾ ਸੱਜਣ ਕਿੰਨਾ ਰਾਜ ਪ੍ਰਾਪਤੀ ਤੋਂ ਬਾਅਦ ਹੰਕਾਰ ਕਿੰਨਾ ਕਰਨਾ ਸ਼ੁਰੂ ਕਰੇ ਨਾ, ਉਹ ਹੰਕਾਰੀ ਦੇ ਰਾਜ ਦੇ ਵਿੱਚ ਕਦੀ ਪਰਜਾ ਸੁਖੀ ਹੋ ਕਰਕੇ ਨਹੀਂ ਬੈਠ ਸਕਦੀ। ਸੇਖ ਸਾਦੀ ਨੇ ਇੱਕ ਗੱਲ ਬੜੇ ਪਿਆਰ ਦੇ ਨਾਲ ਕਿੰਨਾ ਲਿਖੀ ਆ। ਉਹ ਕਹਿਣ ਲੱਗੇ, ਭਾਈ ਪਰਜਾ ਜਿਹੜੀ ਆ ਨਾ, ਪਰਜਾ ਦੇ ਸੁੱਖ ਦੇ ਉੱਤੇ ਹੀ ਰਾਜਿਆਂ ਦੀਆਂ ਨੀਹਾਂ ਕਿੰਨਾ ਹੁੰਦੀਆਂ ਨੇ। ਜਿਹੜੀ ਕਿੰਨਾ ਪਰਜਾ ਕਿਸੇ ਦੇ ਰਾਜ ਦੇ ਵਿੱਚ ਦੁਖੀ ਹੋਣੀ ਸ਼ੁਰੂ ਹੋ ਜਾਵੇ, ਕਹਿੰਦੇ ਸਮਾਂ ਜਿਹੜਾ ਹੈ ਜਦੋਂ ਚੱਲਦਾ ਰਹਿੰਦਾ ਹੈ, ਸਮਾਂ ਫਿਰ ਕਹਿਣ ਲੱਗੇ ਇੱਕ ਦਿਨ ਉਸ ਰਾਜੇ ਦੇ ਅੱਗੇ ਐਸਾ ਆ ਜਾਂਦਾ ਹੈ ਜਿਹਦੇ ਵਿੱਚ ਉਹਨੂੰ ਚੇਤੇ ਕਰਵਾ ਜਾਂਦਾ, ਸੱਜਣਾ ਚੇਤਾ ਰੱਖੀ, ਜੇ ਕਿਤੇ ਤੂੰ ਆਪਣੀ ਪਰਜਾ ਦੇ ਨਾਲ ਪਿਆਰ ਕਿਨਾ ਕੀਤਾ ਹੁੰਦਾ, ਅੱਜ ਤੇਰੀ ਇਹ ਜਿਹੜੀ ਹਾਲਤ ਨਹੀਂ ਸੀ ਹੋਣੀ। ਕਿਉਂਕਿ ਰਾਜਿਆਂ ਦੀ ਫਿਰ ਇੱਕ ਦਿਨ ਹਾਲਤ, ਜਿਨ੍ਹਾਂ ਨੇ ਆਪਣੀ ਪਰਜਾ ਨੂੰ ਦੁੱਖ ਦਿੱਤੇ ਹੁੰਦੇ ਨੇ, ਉਹਨਾਂ ਰਾਜਿਆਂ ਦੀ ਹਾਲਤ ਭਿਖਾਰੀਆਂ ਤੋਂ ਵੀ ਭੈੜੀ ਕਿਨਾ ਹੋ ਜਾਂਦੀ ਹੈ। ਖੈਰ, ਮੈਂ ਆਪਣੇ ਬਚਨ ਨਾਲ ਆਵਾਂ। ਮਹਾਰਾਜ ਨੇ ਜਿਹੜੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿਨਾ ਆਖੀ ਹੈ। ਆਖਣਾ ਕੀਤਾ, ਜਿਸ ਕੈ ਅੰਤਰ ਰਾਜ ਅਭਿਮਾਨ। ਮੈਂ ਇਹ ਫਿਰ ਬਚਨ ਤਾਂ ਕਰਕੇ ਅੱਗੇ ਕਿੰਨਾ ਰੱਖਦਾ ਪਿਆ ਹਾਂ, ਕਿਉਂਕਿ ਅੱਜ ਦਾ ਸਮਾਂ ਅਸੀਂ ਕਿੰਨਾ ਵੇਖਦੇ ਪਏ ਹਾਂ। ਜਿਹੜੇ ਰਾਜ ਭਾਗ ਨੂੰ ਮੰਨਣ ਵਾਲੇ ਨੇ, ਉਹ ਆਪਣੇ ਮਹੱਲਾਂ ਦੇ ਵਿੱਚ ਕਿੰਨਾ ਸੁੱਤੇ ਹੋਏ ਨੇ ਅਵਿਦਿਆ ਦੀ ਨੀਂਦ, ਅਤੇ ਜਿਹੜੀ ਪਰਜਾ ਜਿਨ੍ਹਾਂ ਨੇ ਰਾਜਿਆਂ ਦੇ ਰਾਜ ਵਿੱਚ ਸੁੱਖ ਕਿੰਨਾ ਲੈਣਾ ਸੀ, ਅੱਜ ਸੜਕਾਂ ਦੇ ਉੱਤੇ ਕਿੰਨਾ ਉਤਰੀ ਹੋਈ ਹੈ। ਮਹਾਰਾਜ ਨੇ ਜਿਹੜੀ ਗੱਲ ਕਿੰਨਾ ਬੜੇ ਪਿਆਰ ਦੇ ਨਾਲ ਕਿੰਨਾ ਬਾਣੀ ਦੇ ਵਿੱਚ ਆਖੀ, ਕਹਿੰਦੇ ਸੱਜਣਾ ਜਿਹੜੀ ਪਰਜਾ ਆਪਣੇ ਰਾਜਿਆਂ ਦੇ ਰਾਜ ਤੋਂ ਦੁਖੀ ਕਿੰਨਾ ਹੋ ਜਾਂਦੀ ਹੈ, ਸਮਾਂ ਪੈਣ ਦੇ ਉੱਤੇ ਆਪਣੀ ਜ਼ਿੰਦਗੀ ਦੇ ਅੰਦਰ ਸੁੱਖ ਦੀ ਚਾਹਨਾ ਨਾ ਰੱਖਣ। ਕਿਉਂਕਿ ਉਹਨਾਂ ਨੇ ਆਪਣੀ ਪਰਜਾ ਨੂੰ ਦੁਖੀ ਕੀਤਾ ਹੁੰਦਾ ਆ, ਅਤੇ ਪਰਜਾ ਨੂੰ ਦਿੱਤਾ ਹੋਇਆ ਦੁੱਖ ਫਿਰ ਉਹਨਾਂ ਲਈ ਆਉਣ ਵਾਲੇ ਸਮੇਂ ਵਿੱਚ ਮੁਸੀਬਤ ਕਿੰਨਾ ਹੋ ਜਾਂਦਾ ਹੈ। ਇਸੇ ਕਰਕੇ ਤਾਂ ਮਹਾਰਾਜ ਨੇ ਬਾਣੀ ਦੇ ਵਿੱਚ ਕਿੰਨਾ ਆਖਿਆ ਹੈ। ਕਹਿਣ ਲੱਗੇ, ਜਿਸ ਕੈ ਅੰਤਰ ਰਾਜ ਅਭਿਮਾਨ। ਅੱਗੇ ਆਖਿਆ, ਸੋ ਨਰਕ ਪਾਤੀ ਹੋਵਤ ਸੁਆਨ। ਇਹਦੇ ਵਿਦਵਾਨ ਸੱਜਣਾ ਨੇ ਬੜੇ ਪਿਆਰ ਦੇ ਨਾਲ ਕਈ ਅਰਥ ਕੀਤੇ ਹੋਏ ਨੇ। ਇੱਕ ਤਾਂ ਅਰਥ ਇਹ ਹੈ, ਕਹਿਣ ਲੱਗੇ ਨੇ, ਜਿਹਦੇ ਅੰਦਰ ਰਾਜ ਦਾ ਅਭਿਮਾਨ ਕਿੰਨਾ ਹੁੰਦਾ ਹੈ, ਇੱਕ ਦਿਨ ਫਿਰ ਉਹਨੂੰ ਨਰਕਾਂ ਦੇ ਵਿੱਚ ਕਿੰਨਾ ਪੈਣਾ ਪੈਂਦਾ ਆ।
ਤੇ ਜਦੋਂ ਕਹਿੰਦੇ ਉਹਦੀ ਨਰਕਾਂ ਦੇ ਵਿੱਚ ਸਜ਼ਾ ਪੂਰੀ ਹੋ ਜਾਂਦੀ ਹੈ, ਜਦੋਂ ਫਿਰ ਉਹ ਧਰਤੀ ਦੇ ਉੱਤੇ ਕਿਨਾ ਆਉਂਦਾ ਆ ਤੇ ਉਹਨੂੰ ਕੁੱਤੇ ਦੀ ਜੂਣ ਕਿਨਾ ਮਿਲਦੀ ਹੈ। ਇਹ ਵੀ ਵਿਦਵਾਨ ਸੱਜਣਾ ਨੇ ਅਰਥ ਕਰਕੇ ਸਾਡੇ ਅੱਗੇ ਰੱਖੇ ਹੋਏ ਨੇ। ਪਰ ਜਦੋਂ ਅਸੀਂ ਬਹੁਤਾਤ ਵਿੱਚ ਕਿਨਾ ਸੱਜਣਾ ਦੇ ਅਰਥ ਕਿਨਾ ਪੜ੍ਹਦੇ ਹਾਂ, ਉਹਨਾਂ ਦੇ ਅਰਥ ਇਹ ਨੇ, ਜਿਸ ਕੈ ਅੰਤਰ ਰਾਜ ਅਭਿਮਾਨ, ਜਿਹਨਾਂ ਸੱਜਣਾ ਦੇ ਅੰਦਰ ਰਾਜ ਦਾ ਹੰਕਾਰ ਕਿਨਾ ਹੁੰਦਾ ਹੈ, ਉਹਨਾਂ ਨੂੰ ਇੱਕ ਦਿਨ ਨਰਕ ਦਾ ਕੁੱਤਾ ਕਿੰਨਾ ਬਣਨਾ ਪੈਂਦਾ ਹੈ। ਸਤ ਸੰਗਤ ਜੀ, ਕਦੀ ਵੀ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਜੇ ਕਿਸੇ ਵਸਤੂ ਦੀ ਪ੍ਰਾਪਤੀ ਗੁਰੂ ਪਰਮੇਸ਼ਰ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਆਏ ਤਾਂ ਹਮੇਸ਼ਾ ਹੀ ਬੰਦੇ ਨੂੰ ਉੱਚੇ ਅਹੁਦਿਆਂ ਦੇ ਉੱਤੇ ਜਾ ਕਰਕੇ ਵੀ ਆਪਣਾ ਸਿਰ ਨੀਵਾਂ ਕਿੰਨਾ ਰੱਖਣਾ ਕਿੰਨਾ ਚਾਹੀਦਾ ਹੈ। ਇਸ ਤੋਂ ਅੱਗੇ ਕਿੰਨਾ ਥੋੜ੍ਹਾ ਜਿਹਾ ਆਈਏ। ਮਹਾਰਾਜ ਨੇ ਕਿਹਾ, ਕਹਿਣ ਲੱਗੇ, ਜੋ ਜਾਣੈ ਮੈਂ ਜੋਵਨ ਬੰਤ। ਪਹਿਲੀ ਉਦਾਹਰਨ ਮਹਾਰਾਜ ਨੇ ਦਿੱਤੀ ਸੀ ਰਾਜ ਦੀ। ਹੁਣ ਮਹਾਰਾਜ ਨੇ ਜਿਹੜੀ ਉਦਾਹਰਨ ਸਾਡੇ ਅੱਗੇ ਰੱਖੀ ਆ, ਉਹ ਰੱਖੀ ਆ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹਨ, ਜਿਹੜਾ ਸੱਜਣ ਆਪਣੇ ਆਪ ਨੂੰ ਕਹੇ ਕਿ ਮੈਂ ਤੇ ਸੋਹਣਾ ਹੀ ਬੜਾ, ਮੇਰੀਆਂ ਅੱਖਾਂ ਬੜੀਆਂ ਸੋਹਣੀਆਂ, ਮੇਰਾ ਸਰੀਰ ਬੜਾ ਸੋਹਣਾ ਹੈ, ਮੇਰੇ ਨੈਣ ਨਕਸ਼ ਅਤੀ ਸੁੰਦਰ ਹਨ। ਮਹਾਰਾਜ ਨੇ ਇਹ ਜਿਹੜੀ ਗੱਲ ਕਿ ਨਾ ਬਾਣੀ ਦੇ ਵਿੱਚ ਕਹੀ, ਕਹਿੰਦੇ ਭਾਈ ਕਦੀ ਆਪਣੇ ਸਰੀਰ ਦਾ ਹੰਕਾਰ ਨਾ ਕਰੀ, ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀ, ਕਿਉਂਕਿ ਤੈਨੂੰ ਜਿਹੜਾ ਸਾਜਣ ਵਾਲਾ, ਤੈਨੂੰ ਬਣਾਉਣ ਵਾਲਾ ਜਿਹੜਾ ਸੱਜਣ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕਿੰਨਾ ਕੁ ਕਿੰਨਾ ਸੋਹਣਾ ਕਿੰਨਾ ਹੋਏਗਾ। ਇਹ ਗੱਲ ਦਾ ਅਹਿਸਾਸ ਆਪਣੇ ਹਿਰਦੇ ਦੇ ਅੰਦਰ ਕਿੰਨਾ ਰੱਖੀ। ਪਿਆਰੀ ਸਤ ਸੰਗਤ ਜੀ, ਇਹ ਸੰਸਾਰ ਦੀਆਂ ਉਦਾਹਰਨਾਂ ਲੈ ਕਰਕੇ ਔਰ ਮਹਾਰਾਜ ਨੇ ਸਾਡੇ ਅੱਗੇ ਕਿੰਨਾ ਰੱਖੀਆਂ ਹਨ, ਅਤੇ ਰੱਖਦਿਆਂ ਸਾਰ ਸਾਨੂੰ ਇੱਕੋ ਹੀ ਗੱਲ ਆਖੀ ਹੈ, ਸੱਜਣਾ ਜ਼ਿੰਦਗੀ ਵਿੱਚ ਸ਼ੁਕਰਾਨਾ ਕਰੀ। ਜੇ ਤੈਨੂੰ ਕਿਸੇ ਵਸਤੂ ਦੀ ਪ੍ਰਾਪਤੀ ਹੋ ਗਈ, ਉਹਦਾ ਹੰਕਾਰ ਨਾ ਕਰੀ, ਕਿਉਂਕਿ ਹੰਕਾਰ ਮਨੁੱਖ ਨੂੰ ਧਰਤੀ ਦੇ ਉੱਤੇ ਉਹਦਾ ਕੋਈ ਨਿਸ਼ਾਨ ਨਹੀਂ ਰਹਿਣ ਕਿੰਨਾ ਦਿੰਦਾ। ਕਿਉਂਕਿ ਜਿਹੜਾ ਹੰਕਾਰ ਹੈ, ਹੰਕਾਰਿਆ ਹੋਇਆ ਮਨੁੱਖ ਤਾਂ ਸੰਸਾਰ ਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ, ਪਰ ਜਦੋਂ ਅਸੀਂ ਰੱਬ ਦੀ ਦਰਗਾਹ ਦੀ ਕਿੰਨਾ ਗੱਲ ਵੇਖਦੇ ਹਾਂ ਕਿ ਉਹ ਮਨੁੱਖ ਰੱਬ ਨੂੰ ਸੋਹਣਾ ਕਿੰਨਾ ਲੱਗਦਾ ਹੋਵੇਗਾ। ਸਤ ਸੰਗਤ ਜੀ, ਮਹਾਰਾਜ ਨੇ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਖੀ ਹੈ, ਜੋ ਜਾਣੈ ਮੈਂ ਜੋਬਨਵੰਤ। ਜੇ ਕੋਈ ਸੱਜਣ ਇਹ ਜਿਹੜੀ ਗੱਲ ਕਿੰਨਾ ਆਖੇ ਕਿ ਮੇਰੀ ਜਿਹੜੀ ਜਵਾਨੀ ਦਾ ਹੀ ਕਿੰਨਾ ਮਾਣ ਕਿੰਨਾ ਕਰੀ ਜਾਏ, ਆਪਣੀ ਜਵਾਨੀ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿੰਨਾ ਕੀਤੀ ਆ, ਉਹਦਾ ਤਾਂ ਸ਼ੁਕਰਾਨਾ ਕਿੰਨਾ ਕਰਨਾ ਚਾਹੀਦਾ ਸੀ। ਪਰ ਜੇ ਕੋਈ ਬੰਦਾ ਇਹ ਜਿਹੜੀ ਗੱਲ ਆਖੇ ਕਿ ਮੈਂ ਬੜਾ ਜਵਾਨ ਹਾਂ, ਮੈਂ ਬਹੁਤ ਸੋਹਣਾ ਹਾਂ, ਮੈਨੂੰ ਜਿਹੜੀ ਜਵਾਨੀ ਕਿੰਨਾ ਮਿਲੀ, ਅੱਜ ਤੱਕ ਇਹੋ ਜਿਹੀ ਜਵਾਨੀ ਕਿਸੇ ਦੇ ਕੋਲ ਨਹੀਂ ਆਈ, ਅਤੇ ਜੇ ਬੰਦਾ ਆਪਣੇ ਜੋਬਨ ਦਾ ਹੰਕਾਰ ਕਿੰਨਾ ਕਰੇ ਨਾ, ਮਹਾਰਾਜ ਨੇ ਇਹ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਆਖੀ ਹੈ। ਸੱਚੇ ਪਾਤਸ਼ਾਹ ਆਖਦੇ ਨੇ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸਟਾ ਕਾ ਜੰਤ। ਬਿਸਟਾ ਕਹਿੰਦੇ ਨੇ ਗੰਦਗੀ ਨੂੰ। ਕਹਿਣ ਲੱਗੇ ਨੇ ਭਾਈ, ਉਹ ਜਿਹੜਾ ਬੰਦਾ ਹੈ ਉਹ ਗੰਦਗੀ ਦੇ ਕੀੜੇ ਦੇ ਸਮਾਨ ਹੈ, ਜਿਹੜਾ ਆਪਣੇ ਜੋਬਨ ਦਾ ਹੰਕਾਰ ਕਿੰਨਾ ਕਰੀ ਜਾਏ। ਸਤ ਸੰਗਤ ਜੀ, ਜੋਬਨ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਇਹ ਜਿਹੜਾ ਜੋਬਨ ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਿੰਨਾ ਕੀਤਾ ਹੈ, ਇਹਦੀ ਬਾਬਤ ਆ ਮਹਾਰਾਜ ਨੇ ਇੱਕੋ ਹੀ ਗੱਲ ਕਿੰਨਾ ਬਾਣੀ ਵਿੱਚ ਆਖੀ, ਸੱਜਣਾ ਜੇ ਤੈਨੂੰ ਜੋਬਨ ਦੀ ਪ੍ਰਾਪਤੀ ਕਿੰਨਾ ਹੋ ਗਈ ਆ, ਅਤੇ ਇਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਕਿੰਨਾ ਪੜ੍ਹਿਆ ਕਰ। ਇਹ ਸਰੀਰ ਨੂੰ ਜਿਹੜਾ ਤੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਸੁੰਦਰ ਦਾਤ ਦੇ ਵਿੱਚ ਬਖਸ਼ਿਸ਼ ਕਿੰਨਾ ਕੀਤਾ ਆ, ਤੂੰ ਕਦੀ ਅੰਮ੍ਰਿਤ ਵੇਲੇ ਉੱਠ ਕਰਕੇ ਉਸ ਵਾਹਿਗੁਰੂ ਜੀ ਦਾ ਨਾਮ ਕਿੰਨਾ ਜਪਿਆ ਕਰ। ਚੇਤਾ ਰੱਖੀ, ਜਪਿਆ ਹੋਇਆ ਨਾਮ ਤੇਰੀ ਜ਼ਿੰਦਗੀ ਵਿੱਚੋਂ ਹੰਕਾਰ ਨੂੰ ਦੂਰ ਕਿੰਨਾ ਕਰ ਦੇਗਾ। ਪਰ ਸਤ ਸੰਗਤ ਜੀ, ਅੱਜ ਦਾ ਸਮਾਂ ਕਿੰਨਾ ਐਸਾ ਹੈ, ਕਿਉਂਕਿ ਸੰਸਾਰ ਵਿੱਚ ਰਹਿਣ ਵਾਲੇ ਸੱਜਣਾਂ ਦੀ ਦੌੜ ਪਦਾਰਥਾਂ ਤੱਕ ਹੈ, ਅਤੇ ਪਦਾਰਥਾਂ ਤੱਕ ਰਹਿਣ ਵਾਲੇ ਜਿਹੜੇ ਜੀਵ ਨੇ, ਇਹਨਾਂ ਦੇ ਅੰਦਰ ਹੰਕਾਰ ਦੀ ਠਾਠ ਕਿੰਨਾ ਵੱਜੀ ਹੁੰਦੀ ਹੈ। ਹੰਕਾਰ ਕਿੰਨਾ ਠਾਠਾਂ ਕਿੰਨਾ ਮਾਰਦਾ ਹੈ। ਮਹਾਰਾਜ ਜੀ ਦੀ ਬਾਣੀ ਨੂੰ ਨਹੀਂ ਸੁਣਦੇ। ਸੱਚੇ ਪਾਤਸ਼ਾਹ ਜਿਵੇਂ ਬਾਣੀ ਵਿੱਚ ਆਖਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਕਹਿੰਦੇ ਭਾਈ, ਜੇ ਕਿਸੇ ਬੰਦੇ ਨੂੰ ਕਿਸੇ ਵਸਤੂ ਦੀ ਪ੍ਰਾਪਤੀ ਹੋ ਜੇ, ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰਦਾ। ਅੱਜ ਦੇ ਸਮੇਂ ਵਿੱਚ ਲੋਕੀ ਹੰਕਾਰ ਵੱਧ ਕਿੰਨਾ ਕਰਦੇ ਹਨ। ਸਤ ਸੰਗਤ, ਇਸ ਤੋਂ ਥੋੜ੍ਹਾ ਜਿਹਾ ਅੱਗੇ ਕਿੰਨਾ ਆਈਏ। ਅੱਗੇ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਕਿੰਨਾ ਲਿਖਿਆ ਹੈ, ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਕਈ ਵਾਰੀ ਬੰਦੇ ਨੂੰ ਨਾ ਆਪਣੇ ਕੀਤੇ ਹੋਏ ਕਰਮਾਂ ਦਾ ਹੰਕਾਰ ਕਿੰਨਾ ਹੋ ਜਾਂਦਾ ਹੈ।
ਇਹ ਕੀਤੇ ਹੋਏ ਕਰਮਾਂ ਦੇ ਹੰਕਾਰ ਵਿੱਚ ਇਹ ਜਿਹੜੀ ਗੱਲ ਕਹਿੰਦਾ, ਇਹ ਕੰਮ ਮੈਂ ਕੀਤਾ, ਜੇ ਕਿਤੇ ਮੈਂ ਨਾ ਹੁੰਨਾ ਤੇ ਇਹ ਜਿਹੜਾ ਕੰਮ ਹੋਣਾ ਨਹੀਂ ਸੀ। ਕਿਉਂਕਿ ਬੰਦਾ ਅੱਜ ਦੇ ਸਮੇਂ ਵਿੱਚ ਧਾਰਮਿਕ ਕਿੰਨਾ ਕੰਮ ਕਰਕੇ ਵੀ ਸਤ ਸੰਗਤ ਜੀ ਉਹਦਾ ਹੰਕਾਰ ਕਿੰਨਾ ਕਰਦਾ ਹੈ। ਕਿਉਂਕਿ ਧਾਰਮਿਕ ਕਰਮ ਕਰਨ ਦੇ ਨਾਲ ਮਨੁੱਖ ਦੀ ਪਾਪਾਂ ਦੀ ਮੈਲ ਉਤਰ ਕਿੰਨਾ ਜਾਂਦੀ ਹੈ। ਪਰ ਜੇ ਬੰਦਾ ਹੰਕਾਰ ਦੇ ਵਿੱਚ ਆ ਕਰਕੇ ਕਰੇ, ਜੇ ਬੰਦਾ ਹੰਕਾਰ ਨੂੰ ਮੁੱਖ ਰੱਖ ਕੇ ਕਿੰਨਾ ਕਰੇ, ਜੇ ਬੰਦਾ ਇਹ ਜਿਹੜੀ ਗੱਲ ਕਹੇ ਕਿ ਇਹ ਜੇ ਚੰਗੇ ਕੰਮ ਜਿੰਨੇ ਨੇ ਸੰਸਾਰ ਉੱਤੇ ਇਹ ਮੈਂ ਕਿੰਨਾ ਕੀਤੇ ਹਨ। ਮਹਾਰਾਜ ਇੱਕ ਗੱਲ ਕਿੰਨਾ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਭਾਈ ਕਰਮ ਕਰਕੇ, ਕਿਉਂਕਿ ਮਹਾਰਾਜ ਨੇ ਇਹ ਗੱਲ ਬਾਣੀ ਦੇ ਵਿੱਚ ਬੜੇ ਪਿਆਰ ਦੇ ਨਾਲ ਕਿੰਨਾ ਆਖੀ ਆ। ਮਾਰੇ ਕਹਿੰਦੇ ਨੇ ਭਾਈ ਜੇ ਤੂੰ ਸੇਵਾ ਕਿੰਨਾ ਕਰਦਾ ਆ ਨਾ, ਸੇਵਾ ਕਰਨਾ ਸ੍ਰੇਸ਼ਟ ਕਰਮ ਹੈ, ਪਰ ਸੇਵਾ ਕਰਕੇ ਕਿੰਨਾ ਸਾਰਾ ਦਿਨ ਹੰਕਾਰ ਦੀ ਪੰਡ ਨੂੰ ਸਿਰ ਦੇ ਉੱਤੇ ਰੱਖਣਾ। ਔਰ ਇਹ ਜਿਹੜੀ ਗੱਲ ਕਿੰਨਾ ਆਖਣੀ ਕਿ ਜੇ ਕਿਤੇ ਮੈਂ ਸੇਵਾ ਨਾ ਕਰਦਾ ਹੁੰਨਾ ਅੱਜ ਆਹ ਨਹੀਂ ਸੀ ਹੋਣਾ, ਅੱਜ ਆਹ ਨਹੀਂ ਸੀ ਹੋਣਾ। ਇੱਥੇ ਤੱਕ ਕਿ ਕੋਈ ਸੱਜਣ ਜੇ ਕਿਤੇ ਗੁਰੂ ਘਰ ਵਿੱਚ ਕੋਈ ਵਸਤੂ ਵੀ ਦਿੰਦਾ ਆ ਨਾ, ਉਹਦਾ ਵੀ ਦਾਅਵਾ ਕਰਦਾ ਹੈ ਹੰਕਾਰ ਦੇ ਵਿੱਚ। ਮਹਾਰਾਜ ਨੇ ਜਿਹੜੀ ਗੱਲ ਕਿੰਨਾ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿੰਨਾ ਆਖੀ ਹੈ, ਕਹਿੰਦੇ ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਮਾਰੇ ਕਹਿੰਦੇ ਨੇ ਇਹੋ ਜਿਹੇ ਬੰਦੇ ਦਾ ਜਨਮ ਮਰਨ ਕਿੰਨਾ ਬਣਿਆ ਰਹਿੰਦਾ ਹੈ। ਔਰ ਇਹ ਬੰਦਾ ਜਿਹੜਾ ਹੈ ਇਹ ਜੋਨੀਆਂ ਦੇ ਵਿੱਚ ਭਰਮਦਾ ਕਿੰਨਾ ਰਹਿੰਦਾ ਹੈ। ਕਿਹੜਾ ਬੰਦਾ? ਜਿਹੜਾ ਕਰਮ ਕਰਕੇ ਹੰਕਾਰ ਕਿੰਨਾ ਕਰੇ। ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੋਲ ਕੇ ਸਾਡੇ ਅੱਗੇ ਕਿੰਨਾ ਰੱਖੇ ਨੇ। ਇਸ ਤੋਂ ਥੋੜ੍ਹਾ ਜਿਹਾ ਅੱਗੇ ਆਈਏ, ਮੈਂ ਇਹ ਬਚਨ ਫਿਰ ਆਪ ਜੀ ਦੇ ਅੱਗੇ ਰੱਖਾਂ। ਆਪ ਸਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਅੱਗੇ ਆਖਿਆ ਧਨ ਭੂਮਿਕਾ ਜੋ ਕਰੈ ਗੁਮਾਨ। ਹੁਣ ਕਈ ਸੱਜਣ ਐਸੇ ਹਨ ਜਿਨ੍ਹਾਂ ਨੂੰ ਆਪਣੇ ਧਨ ਦਾ ਬੜਾ ਕਿੰਨਾ ਹੰਕਾਰ ਹੈ। ਕਿਉਂਕਿ ਜਿਹੜੇ ਬੰਦੇ ਨੂੰ ਧਨ ਦਾ ਹੰਕਾਰ ਕਿੰਨਾ ਹੋ ਜੇ ਔਰ ਭੂਮੀ ਦਾ ਹੰਕਾਰ ਕਿੰਨਾ ਹੋ ਜੇ, ਸਤ ਸੰਗਤ ਜੀ ਤੁਸੀਂ ਵੇਖਿਆ ਕਿੰਨਾ ਹੋਏਗਾ। ਅੱਜ ਬਹੁਤਾਤ ਲੋਕੀ ਉਹ ਨੇ ਜਿਨ੍ਹਾਂ ਨੂੰ ਆਪਣੇ ਧਨ ਦਾ ਹੰਕਾਰ ਹੈ। ਬਹੁਤਾਤ ਵਿੱਚ ਅਸੀਂ ਲੋਕ ਅੱਜ ਇਸ ਸੰਸਾਰ ਉੱਤੇ ਵੇਖ ਕੇ ਨਾ ਸਕਦੇ ਹਾਂ ਜਿਹੜੇ ਆਪਣੀ ਭੂਮੀ ਦਾ ਔਰ ਆਪਣੀ ਜ਼ਮੀਨ ਜਾਇਦਾਦ ਦਾ ਬੜਾ ਹੰਕਾਰ ਕਿੰਨਾ ਕਰਨਗੇ। ਜ਼ਮੀਨ ਮਾੜੀ ਨਹੀਂ, ਧਨ ਮਾੜਾ ਨਹੀਂ, ਪਰ ਹੰਕਾਰ ਵਿੱਚ ਕਿੰਨਾ ਹੋ ਕਰਕੇ ਜੇ ਛਾਲ ਕਿੰਨਾ ਮਾਰਦਾ ਹੈ ਬੰਦਾ, ਔਰ ਛਾਲ ਮਾਰ ਕੇ ਜਿਹੜੀ ਗੱਲ ਕਿੰਨਾ ਲੋਕਾਂ ਦੇ ਅੱਗੇ ਆਖਦਾ ਹੈ, ਆ ਦੇਖੋ ਭਾਈ ਮੇਰੇ ਤੋਂ ਇੰਨਾ ਧਨ ਹੈ, ਮੈਂ ਇੰਨਾ ਧਨ ਜੋੜਿਆ ਹੈ। ਪਿਆਰੀ ਸਤ ਸੰਗਤ ਜੀ ਦਾਸ ਇੱਕ ਉਥਾਨਕਾ ਤੁਹਾਡੇ ਅੱਗੇ ਰੱਖੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਇੱਕ ਥਾਂ ਦੇ ਉੱਤੇ ਆਏ ਤਾਂ ਉੱਥੇ ਇੱਕ ਸ਼ਾਹੂਕਾਰ ਸੀ ਜਿਹਦਾ ਨਾਮ ਇਤਿਹਾਸ ਵਿੱਚ ਆਇਆ ਹੈ ਦੁਨੀ ਚੰਦ। ਇਹ ਜਿਹੜਾ ਸ਼ਾਹੂਕਾਰ ਸੀ, ਮਹਾਰਾਜ ਭਾਈ ਮਰਦਾਨਾ ਜੀ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਕਿੰਨਾ ਆਖਣ ਲੱਗੇ, ਕਹਿਣ ਲੱਗੇ ਭਾਈ ਉਹ ਫਲਾਨਾ ਪਿੰਡ ਹੈ ਉਹਦੇ ਵਿੱਚ ਕਿੰਨਾ ਜਾਓ, ਉਹ ਜਿਹੜੇ ਝੰਡੇ ਕਿੰਨਾ ਲੱਗੇ ਹੋਏ ਨੇ ਬੜੇ ਉੱਚੇ, ਉਹਨਾਂ ਦੀ ਮਹੱਤਤਾ ਹੀ ਪੁੱਛ ਕੇ ਆਓ ਵੀ ਉਹਨਾਂ ਨੇ ਝੰਡੇ ਐਡੇ ਐਡੇ ਉੱਚੇ ਕਿਉਂ ਕਿੰਨਾ ਲਾਏ ਹਨ। ਸਤ ਸੰਗਤ ਜੀ ਭਾਈ ਮਰਦਾਨਾ ਜੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਕਿੰਨਾ ਰੱਖਿਆ, ਮਹਾਰਾਜ ਜੀ ਦੀ ਆਗਿਆ ਕਿੰਨਾ ਲਈ, ਔਰ ਆਗਿਆ ਲੈ ਕਰਕੇ ਉਹਨਾਂ ਨੇ ਉਹ ਪਿੰਡ ਦੇ ਵਿੱਚ ਗਏ ਜਿਸ ਪਿੰਡ ਦਾ ਇਸ਼ਾਰਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕੀਤਾ ਸੀ। ਜਾ ਕੇ ਜਦੋਂ ਪਿੰਡ ਦੇ ਵਿੱਚ ਆਏ ਤਾਂ ਇਹਨਾਂ ਨੇ ਦੇਖਿਆ ਪਿੰਡ ਦੇ ਲੋਕੀ ਬੜੇ ਹੰਕਾਰੀ ਨੇ, ਇੰਨੇ ਹੰਕਾਰ ਦੇ ਵਿੱਚ, ਔਰ ਇਹਨਾਂ ਹੰਕਾਰੀ ਲੋਕਾਂ ਦੇ ਵਿੱਚ ਇੰਨੀ ਜ਼ਿਆਦੀ ਕਿੰਨਾ ਹੰਕਾਰ ਉਜਵਲ ਸੀ। ਜਦੋਂ ਭਾਈ ਮਰਦਾਨਾ ਜੀ ਪਿੰਡ ਦੇ ਵਿੱਚ ਆਏ ਇਹ ਲੋਕਾਂ ਨੂੰ ਬੁਲਾਉਂਦੇ ਨੇ ਪਰ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ। ਇੱਕ ਥਾਂ ਉੱਤੇ ਇੱਕ ਬਜ਼ੁਰਗ ਕਿੰਨਾ ਬੈਠਾ ਸੀ, ਉਹਨੂੰ ਜਾ ਕੇ ਭਾਈ ਮਰਦਾਨਾ ਜੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਕਿੰਨਾ ਪੁੱਛਿਆ, ਕਹਿਣ ਲੱਗੇ ਸੱਜਣਾ ਆ ਲੋਕਾਂ ਨੇ ਝੰਡੇ ਬੜੇ ਕਿੰਨਾ ਲਾਏ ਆ, ਇਹਦਾ ਕੀ ਅਰਥ ਹੈ। ਉਹ ਬਜ਼ੁਰਗ ਨੇ ਇਹ ਜਿਹੜੀ ਗੱਲ ਭਾਈ ਮਰਦਾਨਾ ਜੀ ਉਹਨਾਂ ਨੂੰ ਮੁਖਾਤਬ ਹੋ ਕਰਕੇ ਆਖੀ, ਕਹਿਣ ਲੱਗੇ ਸੱਜਣਾ ਇਹਨਾਂ ਝੰਡਿਆਂ ਦਾ ਕੁਝ ਅਰਥ ਹੈ। ਜਦੋਂ ਉਹਨੇ ਆਖਿਆ ਨਾ ਇਹਨਾਂ ਝੰਡਿਆਂ ਦਾ ਕੋਈ ਅਰਥ ਹੈ ਤੇ ਭਾਈ ਮਰਦਾਨਾ ਜੀ ਹੁਣੇ ਬੜੇ ਪਿਆਰ ਦੇ ਨਾਲ ਆਖਣ ਲੱਗੇ, ਕਹਿਣ ਲੱਗੇ ਅਰਥ ਪੁੱਛਣ ਵਾਸਤੇ ਤਾਂ ਬਾਬਾ ਜੀ ਮੈਂ ਆਇਆ ਹਾਂ, ਮੈਨੂੰ ਪਤਾ ਤਾਂ ਲੱਗੇ ਆਹ ਜਿਹੜੇ ਸੱਜਣ ਨੇ ਇਹਨਾਂ ਨੇ ਇੰਨੇ ਝੰਡੇ ਕਿੰਨਾ ਲਾਏ ਹੋਏ ਨੇ। ਕਿਸੇ ਨੇ ਇੱਕ ਝੰਡਾ ਆਪਣੇ ਘਰ ਦੇ ਉੱਤੇ ਲਾਇਆ, ਕਿਸੇ ਨੇ 2 ਝੰਡੇ ਲਾਏ, ਕਿਸੇ ਨੇ 3 ਝੰਡੇ ਲਾਏ। ਉਹਨੇ ਫਿਰ ਆਖਿਆ, ਕਹਿੰਦੇ ਸੱਜਣਾ ਇਹਦਾ ਕਾਰਨ ਇਹ ਹੈ ਜਿਹੜੇ ਸੱਜਣ ਤੋਂ 1 ਲੱਖ ਰੁਪਈਆ ਹੋ ਜਾਂਦਾ ਹੈ
ਉਹ ਆਪਣੇ ਘਰ ਦੇ ਉੱਤੇ ਇੱਕ ਝੰਡਾ ਕਿੰਨਾ ਲਾ ਦਿੰਦਾ ਹੈ। ਜੇ ਤੋਂ ਦੋ ਉਹ ਦੋ ਝੰਡੇ ਜਿੰਨੇ ਜਿੰਨੇ ਕਿੰਨਾ ਇਹਨਾਂ ਤੋਂ ਪੈਸੇ ਵੱਧਦੇ ਜਾਂਦੇ ਨੇ ਉਨੇ ਕਿੰਨਾ ਝੰਡੇ ਇਹ ਆਪਣੇ ਮਕਾਨ ਦੇ ਉੱਤੇ ਕਿੰਨਾ ਲਾਈ ਜਾਂਦੇ ਨੇ। ਜਦੋਂ ਇੰਨੀ ਕਿੰਨਾ ਗੱਲ ਆਖੀ ਨਾ ਤੇ ਭਾਈ ਮਰਦਾਨਾ ਜੀ ਹੁਣੀ ਕਹਿਣ ਲੱਗੇ ਤੁਹਾਡੇ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਝੰਡੇ ਤੇ ਉਹ ਫਲਾਨੀ ਕੋਠੀ ਵਾਲੇ ਸੱਜਣ ਨੇ ਕਿੰਨਾ ਲਾਏ ਹੋਏ ਆ। ਜਦੋਂ ਦੁਨੀ ਚੰਦ ਨੇ 7 ਝੰਡੇ ਆਪਣੇ ਘਰ ਦੇ ਉੱਤੇ ਕਿੰਨਾ ਲਾਏ ਸੀ। ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਮਾਇਆ ਇਹਦੇ ਤੋਂ ਉਸ ਸਮੇਂ ਦੇ ਵਿੱਚ ਕਿੰਨਾ ਪਏਗੀ। ਮਾਇਆ ਮਾੜੀ ਨਹੀਂ, ਪਰ ਮਾਇਆ ਦਾ ਹੰਕਾਰ, ਮਾਇਆ ਜਿਹੜੀ ਸੀ ਉਹਨੂੰ ਲੋਕਾਂ ਨੂੰ ਕਿੰਨਾ ਵਿਖਾ ਕੇ ਇਹ ਜਿਹੜੀ ਗੱਲ ਦਾ ਹੰਕਾਰ ਕਿੰਨਾ ਦੱਸਣਾ ਕਿ ਭਾਈ ਇਹ ਪਿੰਡ ਵਿੱਚ ਸਭ ਤੋਂ ਵੱਧ ਕਿੰਨਾ ਮੇਰੇ ਕੋਲ ਕਿੰਨਾ ਮਾਇਆ ਕੋਈ ਹੋਰ ਸੱਜਣ ਹੈ ਹੀ ਨਹੀਂ ਜੇ ਤੋਂ ਮੇਰੇ ਤੋਂ ਮਾਇਆ ਵੱਧ ਕਿੰਨਾ ਹੋ ਸਕੇ। ਸਾਧ ਸੰਗਤ ਜੀ, ਉਸ ਸਮੇਂ ਭਾਈ ਮਰਦਾਨਾ ਜੀ ਹੁਣਾਂ ਨੇ ਉਹ ਬਜ਼ੁਰਗ ਤੋਂ ਸਾਰੀ ਕਿੰਨਾ ਗੱਲ ਸੁਣੀ ਤੇ ਉਸ ਤੋਂ ਬਾਅਦ ਇਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਬੜੇ ਪਿਆਰ ਦੇ ਨਾਲ ਕਿੰਨਾ ਆ ਗਏ। ਜਦੋਂ ਆਏ ਤਾਂ ਇਹਨਾਂ ਨੇ ਆ ਕਰਕੇ ਮਹਾਰਾਜ ਦੇ ਅੱਗੇ ਬੜੇ ਪਿਆਰ ਦੇ ਨਾਲ ਕਿੰਨਾ ਆਖਿਆ, ਸਿਜਦਾ ਕੀਤਾ। ਸਿਜਦਾ ਕਿੰਨਾ ਕਰਦਿਆਂ ਸਾਰ ਮਹਾਰਾਜ ਨੂੰ ਆਖਿਆ, ਕਹਿਣ ਲੱਗੇ ਮਹਾਰਾਜ ਜਿਹੜੇ ਪਿੰਡ ਵਿੱਚ ਤੁਸੀਂ ਮੈਨੂੰ ਭੇਜਿਆ ਸੀ ਇਹ ਹੰਕਾਰੀਆਂ ਦਾ ਪਿੰਡ ਹੈ, ਹੰਕਾਰੀਆਂ ਦਾ। ਮਹਾਰਾਜ ਨੇ ਜਦੋਂ ਪੁੱਛਿਆ ਕਹਿਣ ਲੱਗੇ ਭਾਈ ਮਰਦਾਨਾ ਕੀ ਬਣੀ, ਸਾਰੀ ਗੱਲ ਖੋਲ ਕੇ ਕਿੰਨਾ ਭਾਈ ਮਰਦਾਨਾ ਜੀ ਹੁਣਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖੀ। ਕਹਿੰਦੇ ਮਹਾਰਾਜ ਜਿਹੜੇ ਸੱਜਣ ਤੋਂ ਹੁੰਦਾ ਹੈ 1 ਲੱਖ ਰੁਪਈਆ ਉਹ ਇੱਕ ਝੰਡਾ ਆਪਣੇ ਘਰ ਦੇ ਉੱਤੇ ਕਿੰਨਾ ਲਾ ਦਿੰਦਾ ਹੈ। ਜਿਹਦੇ ਤੋਂ 2 ਲੱਖ ਰੁਪਈਏ ਹੁੰਦੇ ਨੇ ਉਹ 2 ਝੰਡੇ ਆਪਣੇ ਘਰ ਦੇ ਉੱਤੇ ਲਾ ਦਿੰਦਾ ਹੈ। ਜਿਹੜੇ ਸੱਜਣ ਤੋਂ 3 ਲੱਖ ਰੁਪਈਏ ਹੁੰਦੇ ਨੇ ਉਹ 3 ਝੰਡੇ। ਕਹਿਣ ਲੱਗਾ ਮਹਾਰਾਜ ਇਸ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਝੰਡੇ ਦੁਨੀ ਚੰਦ ਸੇਠ ਦੀ ਹਵੇਲੀ ਦੇ ਉੱਤੇ ਲੱਗੇ ਨੇ। ਮਹਾਰਾਜ ਨੇ ਪੁੱਛਿਆ ਕਿੰਨੇ ਝੰਡੇ, ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਕਿੰਨਾ 7 ਝੰਡੇ ਲੱਗੇ ਨੇ। ਕਈਆਂ ਨੇ 7 ਵੀ ਲਿਖਿਆ, ਕਈਆਂ ਨੇ 5 ਵੀ ਲਿਖਿਆ ਹੋਇਆ ਹੈ। ਪਰ ਸਤ ਸੰਗਤ ਜੀ ਜ਼ਿਆਦਾ ਸੱਜਣ ਇਹ ਜਿਹੜੀ ਗੱਲ ਕਿੰਨਾ ਕਹਿੰਦੇ ਨੇ ਬਹੁਤਾਤ ਵਿੱਚ ਜਿਹੜੇ ਝੰਡੇ ਸਨ ਇਹ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਕਿੰਨਾ ਲੱਗੇ ਹੋਏ ਸੀ। ਕਿਉਂਕਿ ਇਹ ਜਿਹੜੇ ਗੱਲ ਕਿੰਨਾ ਦੱਸਦਾ ਸੀ ਕਿ ਮੇਰੇ ਤੋਂ ਸਭ ਤੋਂ ਵੱਧ ਕਿੰਨਾ ਪੈਸਾ ਹੈ। ਮਹਾਰਾਜ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬਚਨ ਕਿੰਨਾ ਆਖਿਆ ਹੈ, ਧੰਨ ਭੂਮਿਕਾ ਜੋ ਕਰੇ ਗੁਮਾਨ, ਅੱਗੇ ਆਖਿਆ ਸੋ ਮੂਰਖ ਅੰਧਾ ਅਗਿਆਨ। ਇਹ ਅੰਧੇ ਸਨ, ਅਗਿਆਨੀ ਸਨ, ਮੂੜ ਸਨ। ਇਸ ਕਰਕੇ ਕਿੰਨਾ ਪੈਸੇ ਦੀ ਨੁਮਾਇਸ਼ ਦਾ ਹੰਕਾਰ ਕਿੰਨਾ ਕਰਕੇ ਲੋਕਾਂ ਦੇ ਅੱਗੇ ਕਿੰਨਾ ਰੱਖਦੇ ਹੁੰਦੇ ਸਨ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਕਿੰਨਾ ਆਖੀ। ਕਹਿਣ ਲੱਗੇ ਅੱਛਾ ਭਾਈ, ਕਹਿੰਦੇ ਹੁਣ ਸਾਨੂੰ ਦੁਨੀ ਚੰਦ ਕਿੱਥੇ ਕਿੰਨਾ ਮਿਲੇਗਾ। ਮਹਾਰਾਜ ਮੈਂ ਸੁਣਿਆ ਹੈ ਕਿ ਉਹ ਆਪਣੀ ਹਵੇਲੀ ਦੇ ਅੰਦਰ ਕਿੰਨਾ ਤਖਤ ਪੋਸ਼ ਉੱਤੇ ਬੈਠਾ ਹੋਇਆ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਉਸ ਪਿੰਡ ਦੇ ਵਿੱਚ ਆਏ ਤਾਂ ਦੁਨੀ ਚੰਦ ਵੀ ਕਿੰਨਾ ਮਿਲਣ ਵਾਸਤੇ ਆਇਆ। ਮਹਾਰਾਜ ਜੀ ਨੇ ਨਾ ਜਦੋਂ ਆਇਆ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਸਜਦਾ ਕਿੰਨਾ ਕਰਦਿਆਂ ਹੋਇਆਂ ਮਹਾਰਾਜ ਦੇ ਕੋਲ ਬੜੇ ਪਿਆਰ ਦੇ ਨਾਲ ਚੌਂਕੜਾ ਲਾ ਕਰਕੇ ਬੈਠਾ ਹੈ। ਜਦੋਂ ਕਿੰਨਾ ਚੌਂਕੜਾ ਲਾ ਕਰਕੇ ਬੈਠਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਖਣਾ ਕੀਤਾ, ਕਹਿੰਦੇ ਸੱਜਣਾ ਆ ਝੰਡੇ ਤੂੰ ਆਪਣੀ ਹਵੇਲੀ ਦੇ ਉੱਤੇ ਕਿੰਨਾ ਲਾਏ ਦਾ ਕੀ ਕਿੰਨਾ ਕਾਰਨ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪਤਾ ਤਾਂ ਸਾਰਾ ਕੁਝ ਹੈ, ਪਰ ਫਿਰ ਇਹਦੇ ਮੁਖ ਦੇ ਵਿੱਚੋਂ ਕਿੰਨਾ ਪੁੱਛਣਾ ਚਾਹੁੰਦੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਜਿਹੜੀ ਗੱਲ ਕਿੰਨਾ ਆਖੀ, ਕਹਿਣ ਲੱਗਿਆ ਜਿਹੜੇ ਤੂੰ ਝੰਡੇ ਕਿੰਨਾ ਆਪਣੇ ਘਰ ਦੇ ਉੱਤੇ ਲਾਏ ਇਹਦਾ ਕੀ ਕਿੰਨਾ ਕਾਰਨ ਹੈ। ਮਹਾਰਾਜ ਮੇਰੇ ਤੋਂ ਸਭ ਤੋਂ ਵੱਧ ਪੈਸਾ ਇਸ ਪਿੰਡ ਦੇ ਵਿੱਚ ਹੈ, ਮੈਂ ਤਾਂ ਕਰਕੇ ਇਹਨੇ ਝੰਡੇ ਆਪਣੀ ਛੱਤ ਦੇ ਉੱਤੇ ਲਾਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਆਲੇ, ਜਗਤ ਜਲੰਦੇ ਨੂੰ ਠਾਰਨ ਆਲੇ ਔਰ ਜਗਤ ਜਲੰਦੇ ਵਿੱਚ ਪੁੱਠੇ ਰਾਹ 'ਤੇ ਪੈ ਚੁੱਕੇ ਲੋਕਾਂ ਨੂੰ ਸਿੱਧੇ ਰਸਤੇ 'ਤੇ ਲਿਆਉਣ ਵਾਲੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਵਿੱਚੋਂ ਬਚਨ ਕਿੰਨਾ ਆਖਿਆ, ਕਹਿੰਦੇ ਦੁਨੀ ਚੰਦ ਆ ਲੈ ਇੱਕ ਸੂਈ ਤੇ ਤੋ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਕਿੰਨਾ ਲਵਾਂਗੇ। ਇੰਨੀ ਕਿੰਨਾ ਆਖੀ ਨਾ ਜਦੋਂ ਗੱਲ, ਤੇ ਇਹ ਇੰਨਾ ਮੂੜ ਸੀ, ਇੰਨਾ ਮੂਰਖ ਸੀ, ਇੰਨਾ ਅੰਧ ਅਗਿਆਨ ਔਰ ਮਾਇਆ ਦੇ ਹੰਕਾਰ ਵਿੱਚ ਕਿੰਨਾ ਫਸਿਆ ਹੋਇਆ ਸੀ ਦੁਨੀ ਚੰਦ। ਇਹਨੇ ਉਸੇ ਵੇਲੇ ਕੁਛ ਨਹੀਂ ਸੋਚਿਆ। ਜਿਹੜੀ ਸੂਈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹਦੇ ਹੱਥਾਂ ਦੇ ਉੱਤੇ ਰੱਖੀ ਸੀ ਉਸ ਵੇਲੇ ਨਾ ਇਹਨੇ ਆਪਣੀ ਜੇਬ ਦੇ ਵਿੱਚ ਕਿੰਨਾ ਪਾ ਲਈ ਔਰ ਮਹਾਰਾਜ ਤੋਂ ਆਗਿਆ ਲਈ ਆਪਣੇ ਘਰ ਦੇ ਅੰਦਰ ਕਿੰਨਾ ਗਿਆ। ਜਦੋਂ ਆਪਣੇ ਘਰ ਦੇ ਅੰਦਰ ਕਿੰਨਾ ਆਇਆ ਤੇ ਇਹਦੀ ਪਤਨੀ ਸੀ, ਉਹਨੇ ਪੁੱਛਿਆ, ਕਹਿਣ ਲੱਗੀ ਮੈਨੂੰ ਪਤਾ ਲੱਗਾ ਹੈ
ਕਿ ਤੁਸੀਂ ਅੱਜ ਰੱਬ ਦੇ ਫਕੀਰਾਂ ਨੂੰ ਮਿਲ ਕੇ ਆਏ ਹੋ, ਤੁਹਾਡੀ ਅੱਜ ਰੱਬ ਦੇ ਫਕੀਰਾਂ ਦੇ ਨਾਲ ਕੋਈ ਗੱਲਬਾਤ ਹੋਈ? ਇਹਨੇ ਸਾਰੀ ਗੱਲ ਖੋਲ ਕੇ ਆਪਣੀ ਪਤਨੀ ਦੇ ਅੱਗੇ ਬੜੇ ਪਿਆਰ ਦੇ ਨਾਲ ਕਿਨਾ ਰੱਖ ਦਿੱਤੀ। ਔਰ ਕਿਨਾ ਰੱਖਦਿਆਂ ਸਾਰ ਆਖਣਾ ਕੀਤਾ, ਕਹਿਣ ਲੱਗੇ ਨੇ ਭਾਈ ਮੈਨੂੰ ਉਹਨਾਂ ਫਕੀਰਾਂ ਨੇ ਇੱਕ ਸੂਈ ਦੀ ਬਖਸ਼ਿਸ਼ ਕੀਤੀ ਹੈ, ਸੂਈ ਦੀ। ਤੇ ਉਹਨੇ ਪੁੱਛਿਆ ਸੂਈ ਦੀ ਬਖਸ਼ਿਸ਼? ਕਹਿਣ ਲੱਗੇ ਹਾਂ, ਮੈਨੂੰ ਰੱਬ ਦੇ ਪਿਆਰਿਆਂ ਨੇ ਇੱਕ ਸੂਈ ਕਿਨਾ ਬਖਸ਼ਿਸ਼ ਕੀਤੀ ਆ, ਔਰ ਮੇਰੇ ਨਾਲ ਬਚਨ ਇਹ ਕੀਤਾ ਹੈ ਕਿ ਅਕਾਲ ਪੁਰਖ ਦੇ ਘਰ ਦੇ ਵਿੱਚ ਜਾ ਕਰਕੇ ਇਹ ਜਿਹੜੀ ਸੂਈ ਤੇਰੇ ਤੋਂ ਅਸੀਂ ਪ੍ਰਾਪਤ ਕਿਨਾ ਕਰਾਂਗੇ। ਜਦੋਂ ਇੰਨੀ ਗੱਲ ਉਹਦੀ ਘਰ ਦੀ ਨੇ ਸੁਣੀ ਨਾ, ਦੁਨੀ ਚੰਦ ਸ਼ਾਹੂਕਾਰ ਦੀ, ਦੁਨੀ ਚੰਦ ਸ਼ਾਹੂਕਾਰ ਦੀ ਘਰ ਦੀ ਨੇ ਗੱਲ ਸੁਣਦਿਆਂ ਸਾਰ ਕਿਨਾ ਇਹਨੂੰ ਆਖਣਾ ਕੀਤਾ, ਕਹਿੰਦੇ ਸਜਣਾ ਚੇਤਾ ਰੱਖੀ, ਜਦੋਂ ਤੂੰ ਕਹਿੰਦੇ ਨਸਤੋ ਨਬੂਦ ਹੋ ਕਰਕੇ ਇਸ ਧਰਤੀ ਤੋਂ ਰੁਖਸਤ ਕਿਨਾ ਹੋਣਾ ਆ ਨਾ, ਜਦੋਂ ਤੂੰ ਕਹਿਣ ਲੱਗੀ ਇਸ ਸਰੀਰ ਨੂੰ ਤਿਆਗਣਾ ਹੈ, ਜਦੋਂ ਕਹਿਣ ਲੱਗੇ ਤੇਰੀ ਆਤਮਾ ਨੇ ਇਸ ਸਰੀਰ ਵਿੱਚੋਂ ਬਾਹਰ ਕਿਨਾ ਹੋਣਾ, ਜਿਹੜਾ ਸਰੀਰ ਤੂੰ ਲੈ ਕਰਕੇ ਆਇਆ ਨਾ, ਤੇਰਾ ਤੇ ਇੰਨੇ ਵੀ ਸਾਥ ਨਹੀਂ ਦੇਣਾ ਜਿਹੜੀ ਤੂੰ ਸੂਈ ਕਿਨਾ ਲੈ ਕਰਕੇ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ, ਕਿ ਇਹ ਸੂਈ ਤੇਰੇ ਨਾਲ ਅੱਗੇ ਕਿਨਾ ਜਾਏਗੀ। ਤੇਰਾ ਤੇ ਸਰੀਰ ਵੀ ਨਹੀਂ ਜਾਣਾ ਅੱਗੇ, ਜਿਹੜੇ ਸਰੀਰ ਦਾ ਤੂੰ ਮਾਣ ਕਿਨਾ ਕਰੀ ਬੈਠਾ ਹੈ, ਤੇਰਾ ਤੇ ਇਹ ਸਰੀਰ ਕਹਿੰਦੇ ਆਤਮਾ ਨਿਕਲਣ ਦੀ ਦੇਰੀ ਹੈ, ਉਸ ਤੋਂ ਬਾਅਦ ਇਹ ਸਰੀਰ ਮਿੱਟੀ ਦੇ ਸਮਾਨ ਕਿਨਾ ਹੋ ਜਾਣਾ, ਇਹ ਜਿਹੜਾ ਸਰੀਰ ਹੈ ਇਹ ਢਹਿ ਢੇਰੀ ਕਿਨਾ ਹੋ ਜਾਣਾ। ਜਿਹੜੀ ਸੂਈ ਤੈਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੀ ਮਿਹਰ ਦੇ ਨਾਲ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਤੂੰ ਤੇਤੋਂ ਤੇ ਆਪਣਾ ਸਰੀਰ ਅੱਗੇ ਨਹੀਂ ਖੜਿਆ ਜਾਣਾ, ਤੂੰ ਸੂਈ ਦੀ ਗੱਲ ਕਿਨਾ ਕਰਦਾ, ਜਾ ਆ ਸੂਈ ਉਹਨਾਂ ਫਕੀਰਾਂ ਨੂੰ ਵਾਪਸ ਕਿਨਾ ਕਰਕੇ ਆ। ਕਹਿੰਦੇ ਤੇਰਾ ਤੇ ਸਰੀਰ ਵੀ ਨਹੀਂ ਨਾਲ ਕਿਨਾ ਜਾਣਾ। ਤੇ ਸੱਜਣਾ ਜੇ ਸਰੀਰ ਨਾਲ ਨਹੀਂ ਜਾਣਾ, ਇਹ ਸੂਈ ਤੇਰੇ ਨਾਲ ਕਿਨਾ ਜਾਏਗੀ ਅੱਗੇ। ਜਦੋਂ ਇੰਨੀ ਕਿਨਾ ਗੱਲ ਆਖੀ, ਇਹ ਜਿਹੜਾ ਸੱਜਣ ਕਿਨਾ ਦੁਨੀ ਚੰਦ ਸ਼ਾਹੂਕਾਰ ਸੀ, ਇਹਦੀ ਜਿਹੜੀ ਮੱਤ ਦੇ ਉੱਤੇ ਪਿਆ ਪਰਦਾ ਸੀ, ਉਹ ਹੁਣ ਹੰਕਾਰ ਇਹਦਾ ਘਟਣਾ ਕਿਨਾ ਸ਼ੁਰੂ ਹੋਇਆ। ਥੋੜ੍ਹਾ ਜਿਹਾ ਦੇਖਿਓ ਤੇਰਾ ਭਲਾ ਹੋ ਜੇ, ਮੈਂ ਤੇ ਐਵੇਂ ਰੱਬ ਦੇ ਫਕੀਰਾਂ ਨੂੰ ਬਚਨ ਕਿਨਾ ਦਿੱਤਾ ਹੈ ਕਰ। ਉਸੇ ਵੇਲੇ ਪਤਨੀ ਦੇ ਕਹਿਣ ਦੇ ਉੱਤੇ ਸੂਈ ਆਪਣੇ ਹੱਥ ਵਿੱਚ ਫੜੀ, ਔਰ ਉਹ ਸੂਈ ਲੈ ਕਰਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਕਿਨਾ ਆ ਗਿਆ। ਆ ਕੇ ਇਹ ਜਿਹੜੀ ਗੱਲ ਬੜੇ ਪਿਆਰ ਦੇ ਨਾਲ ਕਿਨਾ ਆਖੀ, ਕਹਿਣ ਲੱਗਾ ਮਹਾਰਾਜ ਜਦੋਂ ਮੇਰੇ ਸਰੀਰ ਦਾ ਖਾਤਮਾ ਹੋਇਆ ਨਾ, ਮੇਰਾ ਤੇ ਸਰੀਰ ਕਿਨਾ ਅੱਗੇ ਨਹੀਂ ਜਾਣਾ, ਆ ਜਿਹੜੀ ਤੁਹਾਡੀ ਦਿੱਤੀ ਹੋਈ ਸੂਈ ਆ ਮਹਾਰਾਜ, ਇਹ ਤੇ ਮੇਰੇ ਨਾਲ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾਣੀ ਨਹੀਂ। ਇਹ ਫਿਰ ਇਹਨੇ ਇੱਕ ਗੱਲ ਹੋਰ ਕਿਨਾ ਮਹਾਰਾਜ ਨੂੰ ਬੜੇ ਪਿਆਰ ਦੇ ਨਾਲ ਆਖੀ, ਕਹਿਣ ਲੱਗੇ ਮਹਾਰਾਜ ਜੀ ਮੇਰੇ ਤੇ ਧੀਆਂ ਪੁੱਤਰ ਸਾਰਾ ਕੁਝ ਇੱਥੇ ਕਿਨਾ ਜਾਣਾ ਹੈ ਰਹਿ। ਕਹਿਣ ਲੱਗੇ ਮਹਾਰਾਜ ਮੇਰਾ ਤੇ ਸਰੀਰ ਅੱਗੇ ਨਹੀਂ ਜਾਣਾ। ਇਹ ਜਦੋਂ ਗੱਲਾਂ ਕਰਦਾ ਪਿਆ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਇਹਦੇ ਅੱਗੇ ਹੱਸ ਰਹੇ ਨੇ। ਜਦੋਂ ਮਹਾਰਾਜ ਇਹਦੇ ਅੱਗੇ ਹੱਸਦੇ ਪਏ ਸਨ, ਤੇ ਇਹ ਜਿਹੜਾ ਸੱਜਣ ਸੀ ਇਹ ਹੱਥ ਜੋੜ ਕੇ ਮਹਾਰਾਜ ਜੀ ਦੇ ਕੋਲ, ਮਹਾਰਾਜ ਜੀ ਦੇ ਚਰਨ ਸ਼ਰਨਾਂ ਵਿੱਚ ਬੜੇ ਪਿਆਰ ਦੇ ਨਾਲ ਖੜਾ ਕਿਨਾ ਹੋਇਆ ਸੀ। ਔਰ ਮਹਾਰਾਜ ਨੇ ਜਿਹੜੀ ਗੱਲ ਕਹੀ, ਕਹਿੰਦੇ ਸੱਜਣਾ ਕੀ ਤੇਰਾ ਸਰੀਰ ਤੇਰੇ ਨਾਲ ਅੱਗੇ ਨਹੀਂ ਜਾਣਾ? ਇਹਨੇ ਆਖਿਆ ਮਹਾਰਾਜ ਨਹੀਂ ਅੱਗੇ ਨਹੀਂ ਜਾਣਾ। ਕੀ ਭਾਈ ਆ ਜਿਹੜੀ ਸੂਈ ਆ ਇਹ ਤੇਰੇ ਨਾਲ ਅੱਗੇ ਨਹੀਂ ਜਾਣੀ? ਹੱਥ ਜੋੜ ਕੇ ਇਹਨੇ ਜਿਹੜੀ ਗੱਲ ਆਖੀ, ਮਹਾਰਾਜ ਸੂਈ ਵੀ ਅੱਗੇ ਨਹੀਂ ਜਾਣੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਸੱਜਣਾ ਇਹ ਜਿਹੜੀ ਗੱਲ ਦੱਸ, ਆ ਜਿਹੜੀ ਕਹਿੰਦੇ ਮਾਇਆ ਤੂੰ ਜੋੜ ਕੇ ਇਕੱਤਰ ਕਿਨਾ ਕੀਤੀ ਹੈ, ਕਿ ਇਹ ਤੇਰੇ ਨਾਲ ਅੱਗੇ ਜਾਣੀ ਹੈ? ਇੰਨੀ ਗੱਲ ਕਹਿਣ ਦੀ ਦੇਰੀ ਸੀ, ਜਦੋਂ ਮਹਾਰਾਜ ਨੇ ਇਹਦੇ ਅੰਦਰ ਨੂੰ ਹਲੂਣਾ ਦਿੱਤਾ, ਧਾ ਕਰਕੇ ਇਹਨੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਕਿਨਾ ਰੱਖ ਦਿੱਤਾ ਸੀ। ਰੋ ਪਿਆ, ਇਹਦੀਆਂ ਅੱਖਾਂ ਵਿੱਚੋਂ ਪਾਣੀ ਕਿਨਾ ਆ ਗਿਆ। ਮਹਾਰਾਜ ਮੈਨੂੰ ਹੁਣ ਜੇ ਤੁਸੀਂ ਇੰਨੀ ਸੁਮੱਤ ਕਿਨਾ ਬਖਸ਼ਿਸ਼ ਕੀਤੀ ਹੈ, ਮੇਰੀ ਝੋਲੀ ਵਿੱਚ ਉਹ ਜਿਹੜੀ ਦਾਤ ਪਾਓ ਜਿਹੜੀ ਨਾਲ ਕਿਨਾ ਜਾਂਦੀ ਹੈ। ਸੱਚੇ ਪਾਤਸ਼ਾਹ ਨੇ ਇਸ ਦੁਨੀ ਚੰਦ ਸ਼ਾਹੂਕਾਰ ਦਾ ਹੰਕਾਰ ਦੂਰ ਕੀਤਾ ਸੀ। ਇਸੇ ਕਰਕੇ ਪਿਆਰੀ ਸਾਧ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਕਿਨਾ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਇਹ ਬਚਨ ਕਿਨਾ ਸਾਡੇ ਅੱਗੇ ਰੱਖੇ ਨੇ, ਧੰਨ ਭੂਮ ਕਾਜੋ ਕਰਿਆ ਗੁਮਾਨ। ਮਹਾਰਾਜ ਕਹਿੰਦੇ ਭਾਈ ਇਹਨਾਂ ਚੀਜ਼ਾਂ ਦਾ ਕਦੇ ਗੁਮਾਨ ਨਹੀਂ ਕਰਨਾ ਚਾਹੀਦਾ। ਜੇ ਮਹਾਰਾਜ ਨੇ ਸਾਨੂੰ ਵਰਤਣ ਵਾਸਤੇ ਬਖਸ਼ਿਸ਼ ਕੀਤੀਆਂ ਨੇ, ਤਾਂ ਇਹਨਾਂ ਦਾ ਸਿਰਫ ਸੰਸਾਰ ਤੱਕ ਇਹਨਾਂ ਵਸਤੂਆਂ ਨੂੰ ਰੱਖਣਾ ਕਿਨਾ ਚਾਹੀਦਾ ਹੈ। ਜੇ ਕੋਈ ਸੱਜਣ ਇਹਨਾਂ ਵਸਤੂਆਂ ਦੀ ਪ੍ਰਾਪਤੀ ਕਿਨਾ ਕਰਕੇ ਹੰਕਾਰ ਕਿਨਾ ਕਰੇ, ਤੇ ਫਿਰ ਉਹਨਾਂ ਦਾ ਹਾਲ ਕੀ ਹੁੰਦਾ ਹੈ? ਉਹਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਨਾਲ ਖੋਲ੍ਹ ਕੇ ਸਾਡੇ ਅੱਗੇ ਰੱਖਿਆ ਹੈ। ਧੰਨ ਭੂਮ
ਕਾਜੋ ਕਰੈ ਗੁਮਾਨ, ਅੱਗੇ ਆਖਿਆ ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਨੇ, ਉਹ ਅਗਿਆਨੀ ਨੇ, ਉਹ ਅੰਧ ਘੋਰ ਸੰਸਾਰ ਵਿੱਚ ਫਿਰ ਰਹੇ ਹਨ, ਜਿਹੜੇ ਸੱਜਣ ਆਪਣੀ ਭੂਮੀ ਔਰ ਪੈਸੇ ਦਾ ਗੁਮਾਨ ਕਿਨਾ ਕਰਦੇ ਨੇ। ਮਹਾਰਾਜ ਨੇ ਉਹਨਾਂ ਨੂੰ ਮੂਰਖ ਕਿਨਾ ਆਖਿਆ ਹੈ, ਮਹਾਰਾਜ ਨੇ ਉਹਨਾਂ ਨੂੰ ਅੰਧ ਆਖਿਆ ਹੈ, ਮਹਾਰਾਜ ਨੇ ਉਹਨਾਂ ਨੂੰ ਅਗਿਆਨੀ ਕਿਨਾ ਆਖਿਆ ਹੈ। ਤੇ ਫਿਰ ਅੱਗੇ ਕਿਨਾ ਆਖਿਆ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਤ ਸੰਗਤ ਜੀ, ਬੰਦੇ ਦੀ ਜ਼ਿੰਦਗੀ ਵਿੱਚ ਸੁੱਖ ਉਦੋਂ ਕਿਨਾ ਆਉਂਦਾ ਹੈ ਜਦੋਂ ਕਿਨਾ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਰਪਣ ਕਿਨਾ ਹੋ ਜਾਂਦਾ ਹੈ। ਜਿੰਨਾ ਚਿਰ ਤੱਕ, ਕਿਉਂਕਿ ਜਿਨ ਰਚ ਰਚਿਆ ਪੁਰਖ ਵਿਧਾਤੈ, ਨਾਲੇ ਹਉਮੈ ਪਾਈ। ਇਹ ਜਿਹੜੀ ਖੰਗਤਾ ਹੈ, ਇਹ ਜਿਹੜਾ ਅਹੰ ਕਿੰਨਾ ਰੂਪ ਹੈ, ਇਹ ਅੰਤःਕਰਨ ਦੇ 4 ਭਾਗ ਨੇ, ਉਹਨਾਂ ਵਿੱਚੋਂ ਚੌਥੇ ਭਾਗ ਦਾ ਨਾਮ ਅਹੰਕਾਰ ਕਿੰਨਾ ਹੈ। ਪਰ ਸਤ ਸੰਗਤ ਜੀ, ਇਹ ਹੰਕਾਰ ਜਿਨ ਰਚ ਰਚਿਆ, ਮੈਂ ਇਹ ਫਿਰ ਬਚਨ ਆਪ ਜੀ ਦੇ ਅੱਗੇ ਰੱਖਾਂ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦੋਂ ਸੰਸਾਰ ਦੀ ਰਚਨਾ ਕਿਨਾ ਕੀਤੀ ਹੈ, ਸੰਸਾਰ ਦੀ ਰਚਨਾ ਕਿਨਾ ਕਰਦਿਆਂ ਸਾਰ ਸੰਸਾਰ ਵਿੱਚ ਰਹਿਣ ਵਾਲੇ ਜੀਵਾਂ ਦੇ ਵਿੱਚ ਮਹਾਰਾਜ ਨੇ ਇਹ ਵਸਤੂ ਪਾ ਕਰਕੇ ਕਿਨਾ ਭੇਜੀ ਹੈ, ਕਿਉਂਕਿ ਇਹਦੇ ਨਾਲ ਵਿਕਾਸ ਕਿਨਾ ਹੁੰਦਾ ਹੈ। ਪਰ ਸਤ ਸੰਗਤ ਜੀ, ਇਹ ਜਦੋਂ ਕਿਨਾ ਵਿਕਾਸ ਹੁੰਦਾ ਸੱਜਣ ਕੋਈ ਇਹ ਜਿਹੜੀ ਗੱਲ ਕਿਨਾ ਆਖੇ ਕਿ ਭਾਈ ਬਸ ਇੱਕ ਵਿਕਾਸ ਹੀ ਕਿਨਾ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹੈ, ਤੇ ਉਹਨੂੰ ਕਿਨਾ ਬੰਦਾ ਆਪਣੀ ਜ਼ਿੰਦਗੀ ਦੀ ਮੈਂ ਮੇਰੀ ਵਿੱਚ ਉਤਾਰ ਕਿਨਾ ਲਵੇ, ਇਹਦੇ ਨਾਲ ਫਿਰਨਾ ਜਿਹੜੀ ਹੰਕਾਰ ਦੀ ਮਹਿਲ ਹੈ, ਇਹ ਮਨ ਰੂਪੀ ਪਰਤ ਉੱਤੇ ਚੜ੍ਹਨੀ ਕਿਨਾ ਸ਼ੁਰੂ ਹੋ ਜਾਂਦੀ ਹੈ। ਇਸੇ ਕਰਕੇ ਤਾਂ ਮਹਾਰਾਜ ਨੇ ਬਾਣੀ ਵਿੱਚ ਕਿਨਾ ਬੜੇ ਪਿਆਰ ਦੇ ਨਾਲ ਕਿਨਾ ਆਖਿਆ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਪਿਆਰੀ ਸਤ ਸੰਗਤ ਜੀ, ਇੱਕ ਜਨਮ ਦੀ ਮੈਲ ਨਹੀਂ, ਕਿਤੇ ਕਾਮ ਦੀ ਮੈਲ, ਕਿਤੇ ਕ੍ਰੋਧ ਦੀ ਮੈਲ, ਕਿਤੇ ਲੋਭ ਦੀ ਮੈਲ, ਕਿਤੇ ਅਹੰਕਾਰ ਦੀ ਕਿਨਾ ਮੈਲ ਸਾਡੇ ਮਨ ਰੂਪੀ ਪਰਤ ਦੇ ਉੱਤੇ ਕਿਨਾ ਚੜੀ ਕਿਨਾ ਹੋਈ ਹੈ। ਹੁਣ ਸਤ ਸੰਗਤ ਜੀ, ਜੇ ਇੱਕ ਸਵਾਲ ਕਿਨਾ ਹੁੰਦਾ ਹੈ ਪੈਦਾ, ਜੇ ਹਉਮੈ ਔਰ ਹੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਅੰਦਰ ਕਿਨਾ ਪਾ ਕਰਕੇ ਸਾਨੂੰ ਸੰਸਾਰ ਦੇ ਉੱਤੇ ਭੇਜਿਆ ਹੈ, ਫਿਰ ਇੱਕ ਸਵਾਲ ਇਹ ਵੀ ਕਿਨਾ ਆਉਂਦਾ ਹੈ ਕਿ ਸੱਚੇ ਪਾਤਸ਼ਾਹ ਜੀ, ਇਹ ਫਿਰ ਇੱਦਾਂ ਹੀ ਅੰਦਰ ਕਿਨਾ ਰਹੇਗਾ ਕਿ ਇਹ ਜਿਹੜੀ ਹਉਮੈ ਦੀ ਮੈਲ ਹੈ ਇੱਦਾਂ ਹੀ ਅੰਦਰ ਕਿਨਾ ਰਹੇਗੀ? ਕਿਉਂਕਿ ਵਿਦਵਾਨ ਸੱਜਣ ਇਹ ਜਿਹੜੀ ਗੱਲ ਆਖਦੇ ਹਨ, ਇਸ ਜੀਵ ਵਿੱਚ ਤੇ ਉਸ ਪ੍ਰਮਾਤਮਾ ਨੇ ਆਪਣੇ ਵਿੱਚ ਇੱਕ ਹੰਕਾਰ ਦਾ ਪਰਦਾ ਕਿਨਾ ਪਾਇਆ ਹੋਇਆ ਹੈ, ਤੇ ਇਹ ਜਿਹੜਾ ਪਰਦਾ ਹੈ ਇਹ ਚੁੱਕ ਇੱਕੋ ਹੀ ਕਿਨਾ ਨਾ ਸਕਦਾ ਹੈ। ਉਹਨੇ ਗੁਰੂ ਸਾਹਿਬਾਨ, ਜਿਹੜਾ ਸੱਜਣ ਗੁਰੂ ਦੀ ਚਰਨ ਸ਼ਰਨ ਵਿੱਚ ਆ ਕਿਨਾ ਜਾਂਦਾ ਹੈ, ਗੁਰੂ ਮਹਾਰਾਜ ਆਪਣੀ ਮਿਹਰ ਦੇ ਨਾਲ ਉਹਦੇ ਅੰਦਰੋਂ ਹਉਮੈ ਦੇ ਪਰਦੇ ਨੂੰ ਸ਼ਬਦ ਦੇ ਦੁਆਰਾ ਖਤਮ ਕਿਨਾ ਕਰਕੇ ਇਸ ਟੁੱਟੇ ਹੋਏ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਕਿਨਾ ਦਿੰਦੇ ਨੇ। ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇੱਕ ਬਚਨ ਹੋਰ ਬਹੁਤ ਪਿਆਰ ਦੇ ਨਾਲ ਕਿਨਾ ਆਖਣਾ ਕੀਤਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ। ਇਹ ਸੀ ਬਚਨ ਜਿਹੜਾ ਦਾਸ ਜੀ ਨੇ ਆਪ ਜੀ ਦੇ ਨਾਲ ਸਾਂਝਾ ਕਿਨਾ ਕੀਤਾ ਹੈ। ਔਰ ਇੱਕ ਬਚਨ ਕਿਨਾ ਮਹਾਰਾਜ ਨੇ ਬਾਣੀ ਵਿੱਚ ਹੋਰ ਬੜੇ ਪਿਆਰ ਦੇ ਨਾਲ ਕਿਨਾ ਆਖਿਆ ਹੈ, ਉਹ ਇਹ ਹੈ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਸਮਾਹੇ। ਕਹਿਣ ਲੱਗੇ ਨੇ ਭਾਈ, ਇਹ ਰੋਗ ਬੜਾ ਦੀਰਘ ਹੈ, ਇਹ ਬਹੁਤ ਡੂੰਘਾ ਕਿਨਾ ਰੋਗ ਹੈ ਹਉਮੈ ਦਾ, ਕਿਉਂਕਿ ਜਿੰਨਾ ਕੁਝ ਸੰਸਾਰ ਦੇ ਉੱਤੇ ਵਰਤਾਵਾ ਹੈ ਇਹ ਸਾਰਾ ਕਿਨਾ ਹਉ ਦੇ ਅਧੀਨ ਕਿਨਾ ਚੱਲਦਾ ਹੈ, ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਹੋਰ ਵੀ ਬੜੇ ਪਿਆਰ ਦੇ ਨਾਲ ਥਾਂ ਪਰ ਥਾਂ ਦੇ ਉੱਤੇ ਖੋਲ੍ਹ ਕੇ ਸਾਡੇ ਅੱਗੇ ਰੱਖਿਆ ਹੈ। ਮਹਾਰਾਜ ਨੇ ਆਖਣਾ ਕੀਤਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ। ਕਿਉਂਕਿ ਜਿੰਨਾ ਕੁਝ ਸੰਸਾਰ ਦਾ ਕਿਨਾ ਵਰਤਾਵਾ ਹੈ ਇਹ ਸਾਰਾ ਹਉ ਦੇ ਅਧੀਨ ਕਿਨਾ ਨਾ ਚੱਲਦਾ ਪਿਆ ਹੈ। ਮਹਾਰਾਜ ਨੇ ਜਿਹੜੀ ਗੱਲ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿਨਾ ਆਖੀ ਹੈ, ਕਹਿਣ ਲੱਗੇ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ। ਕਿਉਂਕਿ ਇਹ ਜਿਹੜੇ ਬਚਨ ਅਸੀਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਕਿੰਨਾ ਪੜ੍ਹਦੇ, ਜਿੰਨਾ ਚਿਰ ਤੱਕ ਬੰਦਾ ਮੈਂ ਮੇਰੀ ਦਾ ਖਾਤਮਾ ਨਹੀਂ ਕਰਦਾ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ, ਉਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਇਹਦੇ ਕਾਰਜ ਕਿਨੂੰ ਸਵਾਰ ਦਿੰਦਾ ਹੈ। ਸਤ ਸੰਗਤ ਜੀ, ਕਾਰਜ ਸਵਾਰਨਾ ਇਹ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲ ਜਾਣਾ,
ਤੇ ਮਿਲ ਅਸੀਂ ਉਦੋਂ ਹੀ ਕਿੰਨਾ ਸਕਦੇ ਹਾਂ ਜਦੋਂ ਅਸੀਂ ਗੁਰੂ ਦੀ ਚਰਨ ਸ਼ਰਨ ਵਿੱਚ ਆ ਕਰਕੇ ਗੁਰੂ ਦੇ ਉਪਦੇਸ਼ ਨੂੰ ਬੜੇ ਪਿਆਰ ਦੇ ਨਾਲ ਆਪਣੇ ਹਿਰਦੇ ਵਿੱਚ ਵਸਾਵਾਂਗੇ ਨਾ, ਉਦੋਂ ਫਿਰ ਸਾਡਾ ਜਿਹੜਾ ਹੰਕਾਰ ਦੀ ਮੈਲ ਹੈ ਇਹਦਾ ਖਾਤਮਾ ਕਿੰਨਾ ਹੋ ਜਾਏਗਾ। ਔਰ ਗੁਰੂ ਮਹਾਰਾਜ ਆਪਣੀ ਮਿਹਰ ਦੇ ਨਾਲ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾ ਕੇ ਨਾ ਦੇਣਗੇ। ਇਹ ਬਚਨ ਹੈ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਿਹੜੇ ਸੱਜਣ ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈ ਲੈਂਦੇ ਹਨ, ਉਹਨਾਂ ਦੇ ਅੰਦਰੋਂ ਕੂੜ ਦੀ ਕੰਧ ਦਾ ਖਾਤਮਾ ਕਿੰਨਾ ਹੋ ਜਾਂਦਾ ਹੈ। ਉਹਨਾਂ ਦੇ ਅੰਦਰੋਂ ਕੂੜ ਦੀ ਜਿਹੜੀ ਮੈਲ ਹੈ ਇਹ ਉੱਤਰ ਕਿੰਨਾ ਜਾਂਦੀ ਹੈ। ਉਹਨਾਂ ਦੇ ਹਿਰਦੇ ਪਾਕ ਹੋ ਜਾਂਦੇ ਨੇ ਅਤੇ ਪਾਕ ਹੋਏ ਹਿਰਦੇ ਜਿਹੜੇ ਨੇ ਉਹੀ ਗੁਰੂ ਨੂੰ ਚੰਗੇ ਲੱਗਦੇ ਹਨ, ਉਹੀ ਗੁਰੂ ਨੂੰ ਭਾਉਂਦੇ ਨੇ। ਪਿਆਰੀ ਸਾਧ ਸੰਗਤ ਜੀ, ਜਿਸ ਸੱਜਣ ਦਾ ਹਿਰਦਾ ਗੁਰੂ ਨੂੰ ਚੰਗਾ ਲੱਗੇ ਉਹੀ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਕਿੰਨਾ ਹੋ ਜਾਂਦਾ ਹੈ। ਇਤਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਗਲਤੀਆਂ ਦੀ ਖਿਮਾ, ਆਦਬ ਵਿੱਚ ਆਈਏ, ਇੱਕ ਵਾਰੀ ਫਿਰ ਕਿੰਨਾ ਫਤਿਹ ਬੁਲਾਈਏ ਜੀ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।